ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਪ੍ਰੋਗਰਾਮ ਪੰਜਾਬ ਐਬਰੋਡ, ਕਿਉਂਕਿ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਖਾਸ ਦਿਲਚਸਪੀ ਰਹਿੰਦੀ ਹੈ ਕਿ ਅਸੀਂ ਕਿਸੇ ਵਿਦੇਸ਼ੀ ਦੇਸ਼ ਵਿੱਚ ਜਾ ਕੇ ਆਪਣੀਆਂ ਸੈਟਲਮੈਂਟ ਕਰੀਏ, ਆਪਣੀਆਂ ਫੈਮਲੀਜ਼ ਨੂੰ ਲੈ ਕੇ ਜਾਈਏ, ਆਪਣਾ ਜੀਵਨ ਉੱਥੇ ਬਿਹਤਰ ਬਣਾਈਏ। ਸੋ ਸਾਡੇ ਨਾਲ ਮੌਜੂਦ ਨੇ ਹਮੇਸ਼ਾ ਦੀ ਤਰ੍ਹਾਂ ਅਰਵਿੰਦਰ ਜੀ ਰਾਇਲ ਟਰੈਵਲਸ ਤੋਂ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਹਰ ਵਾਰ ਆਉਂਦੇ ਹੋ, ਔਰ ਬਹੁਤ ਬਹੁਤ ਸਵਾਗਤ ਵੀ ਕਿ ਇੰਨੀ ਠੰਡ ਦੇ ਵਿੱਚ ਤੁਸੀਂ ਸਮਾਂ ਕੱਢਿਆ। ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅਰਵਿੰਦਰ ਜੀ, ਕੁਝ ਮੁਲਾਕਾਤ ਹੋਈ ਮੇਰੀ ਤੁਹਾਡੇ ਆਫਿਸ ਦੇ ਵਿੱਚ ਨਹੀਂ ਹੋਈ, ਕਿਸੇ ਹੋਰ ਆਫਿਸ 'ਚ ਹੋਈ। ਇੱਕ ਆਮ ਜੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਇਹ ਪੱਕੇ ਐਪਲੀਕੈਂਟ ਹਮੇਸ਼ਾ ਕਹਿੰਦੇ ਰਹਿੰਦੇ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹੁੰਦੇ ਕੀ ਨੇ? ਅੱਗੋਂ ਕੋਈ ਜਵਾਬ ਨਹੀਂ। ਤੇ ਮੈਂ ਕਿਹਾ ਮੈਂ ਅਰਵਿੰਦਰ ਜੀ ਨੂੰ ਪੁੱਛਾਂਗਾ ਆਪਣੇ ਸ਼ੋਅ ਦੇ ਵਿੱਚ, ਇਹ ਪੱਕੇ ਐਪਲੀਕੈਂਟ ਕਿਹੜੇ ਹੁੰਦੇ ਨੇ ਜੀ? ਬੇਸਿਕਲੀ US ਦੇ ਵਿੱਚ ਆ ਜਿਹੜੇ ਪੱਕੇ ਅਪਲਾਈਡ ਕੇਸਿਸ। ਬੇਸਿਕਲੀ ਇਮੀਗ੍ਰੇਸ਼ਨ ਦੀ ਅਗਰ ਦੁਨੀਆ ਦਾ ਕਿੰਗ ਕਹੀਏ ਤਾਂ US ਹੈ, ਅਮਰੀਕਾ ਆ। ਔਰ ਦੁਨੀਆ 'ਚ ਸਭ ਤੋਂ ਵੱਧ ਜਿਹੜੀਆਂ ਪਟੀਸ਼ਨਸ ਨੇ, ਫੈਮਿਲੀ ਬੇਸਡ ਪਟੀਸ਼ਨਸ ਨੇ, ਉਹ ਸਿਰਫ US ਦੇ ਵਿੱਚ ਹੀ ਨੇ। ਰੀਜ਼ਨ ਉਹਨਾਂ ਨੂੰ ਪੱਕੇ ਅਪਲਾਈਡ ਕੇਸਿਸ ਕਹਿੰਦੇ ਨੇ, ਜਾਂ F4 ਕੇਸਿਸ। ਪੱਕੇ ਅਪਲਾਈਡ ਕੇਸਿਸ ਉਹ ਐਪਲੀਕੈਂਟ ਕਹਿ ਰਹੇ ਸੀ। ਯੈਸ, ਅਸਲ ਦੇ ਵਿੱਚ ਕੀ ਆ ਕਿ ਬਾਕੀ ਸਾਰੇ ਕੰਟਰੀਜ਼ ਦੇ ਵਿੱਚ ਤੁਹਾਡੇ ਰਿਸ਼ਤੇ ਦੀ ਬਿਨਾਂ ਦੇ ਉੱਪਰ ਮਤਲਬ ਇਕੱਲੀ ਫੈਮਿਲੀ ਤੋਂ ਬਾਹਰ ਦੇ ਕਿਸੇ ਨੂੰ ਵੀ ਅਲਾਓ ਨਹੀਂ ਕੀਤਾ ਜਾਂਦਾ ਕਿ ਤੁਹਾਡੇ ਸਿਰ 'ਤੇ ਕੋਈ ਆ ਕੇ ਪੱਕਾ ਹੋ ਸਕੇ। ਅਮਰੀਕਾ ਇੱਕ ਇਕਲੌਤਾ ਐਸਾ ਕੰਟਰੀ ਹੈ ਜਿਹਦੇ ਵਿੱਚ ਤੁਸੀਂ, ਤੁਹਾਡੇ ਬ੍ਰਦਰ ਸਿਸਟਰ, ਤੁਹਾਡੇ ਗਾਂ ਲਾਈਕ ਉਹਨਾਂ ਦੇ ਬੱਚੇ, ਉਹਨਾਂ ਦੀਆਂ ਫੈਮਲੀਜ਼, ਤੁਸੀਂ ਕਿਸੇ ਨੂੰ ਵੀ ਕਿਸੇ ਦੀ ਪਟੀਸ਼ਨ ਪਾ ਕੇ ਉਹਨੂੰ ਅਪਲਾਈ ਕਰਾ ਸਕਦੇ ਹੋ। ਸੋ ਉਹਨਾਂ ਨੂੰ ਅਸੀਂ ਪੱਕੇ ਅਪਲਾਈਡ ਕੇਸਿਸ ਕਹਿੰਦੇ ਹਾਂ ਕਿ ਜਿਨ੍ਹਾਂ ਦੀਆਂ ਡੇਟਸ, ਖੈਰ ਉਹਨਾਂ ਨੂੰ ਬਹੁਤ ਲੰਬਾ ਸਮਾਂ ਲੱਗਦਾ ਆ ਅਪਲਾਈਡ ਕੇਸਿਸ ਨੂੰ, 15 20 ਸਾਲ ਲੱਗਦੇ ਨੇ। ਔਰ ਤਕਰੀਬਨ ਗੌਰਮੈਂਟ US ਦੇ ਵਿੱਚ ਇਹ ਬਹੁਤ ਮਸਲਾ ਰਹਿੰਦਾ ਹੈ ਕਿ ਹੁਣ ਕਿਹੜੇ ਸਾਲ ਦੀ ਤਰੀਕ ਚੱਲ ਰਹੀ ਹੈ, ਕਿਹੜੇ ਸਾਲ ਦੇ ਨੰਬਰ ਨਿਕਲ ਰਹੇ ਨੇ। ਬਿਕੋਜ਼ ਜਿਹੜੇ ਕੇਸਿਸ ਜਦੋਂ ਨਿਕਲਦੇ, ਜਿਹੜੇ ਪੱਕੇ ਅਪਲਾਈਡ ਕੇਸਿਸ ਨੇ, F4 ਦੇ ਕੇਸਿਸ ਨੇ, ਉਹਨਾਂ ਦੇ ਵਿੱਚ ਦੈਨ ਜਦੋਂ NVC ਨੈਸ਼ਨਲ ਵੀਜ਼ਾ ਸੈਂਟਰ 'ਚ ਪਹਿਲਾਂ ਜਮ੍ਹਾਂ ਹੁੰਦੇ ਨੇ, ਇਹ ਅਮਰੀਕਾ ਦੇ ਵਿੱਚ ਹੀ ਜਮ੍ਹਾਂ ਹੁੰਦੇ ਆ। ਸੋ ਤੁਸੀਂ ਉਹਦੇ 'ਚ ਆਪਣਾ ਰਿਸ਼ਤਾ ਸਿੱਧ ਕਰਕੇ ਆਪਣੀ ਐਪਲੀਕੇਸ਼ਨ ਪਾ ਦਿੰਦੇ ਹੋ। ਦੈਨ ਉਸ ਤੋਂ ਬਾਅਦ ਸਾਡਾ ਰੋਲ ਇੰਡੀਆ ਦੇ ਵਿੱਚ ਉਦੋਂ ਆਉਂਦਾ ਆ ਜਦੋਂ ਉਹ NVC ਤੋਂ ਲੈਟਰ US ਅੰਬੈਸੀ ਦੇ ਵਿੱਚ ਪਹੁੰਚ ਜਾਂਦੀ ਹੈ, ਔਰ US ਅੰਬੈਸੀ ਫਿਰ ਐਪਲੀਕੈਂਟਸ ਨੂੰ ਖੁਦ ਕੰਟੈਕਟ ਕਰਦੀ ਹੈ। ਔਰ ਫਾਈਨਲੀ ਜਦੋਂ ਕੰਟੈਕਟ ਕਰਦੀ ਹੈ, ਉਦੋਂ ਤੁਸੀਂ ਆਪਣੀ ਐਪਲੀਕੇਸ਼ਨਸ ਨੂੰ ਲੈ ਕੇ ਲਾਈਕ ਇੰਟਰਵਿਊ ਸ਼ਡਿਊਲ ਕਰਕੇ ਤੁਸੀਂ ਫਿਰ ਅੰਬੈਸੀ ਜਾਣਾ ਹੁੰਦਾ। ਸੋ ਇਹ ਪੱਕੇ ਅਪਲਾਈਡ ਕੇਸਿਸ ਆ। ਸੋ ਬਹੁਤ ਸਾਰੀਆਂ ਧਾਰਨਾ ਜੁੜੀਆਂ ਨੇ ਇਹਨਾਂ ਨਾਲ ਵੀ, ਖੈਰ ਕਈ ਕੁਝ ਹੈ। ਸੋ ਬਟ ਹੋਰ ਕਿਸੇ ਵੀ ਕੰਟਰੀ ਦੇ ਵਿੱਚ, ਕੈਨੇਡਾ ਦੇ ਵਿੱਚ ਸੇਮ ਇਸ ਤਰੀਕੇ ਨਾਲ ਆਪਸ਼ਨ ਹੁੰਦੀ ਸੀ, ਪਰ ਕੈਨੇਡਾ ਦੇ ਵਿੱਚ ਉਹਨੂੰ ਪੁਆਇੰਟ ਬੇਸਡ ਕਰਤਾ ਹੈ ਕਿ ਤੁਹਾਨੂੰ ਉੱਥੇ ਫੈਮਿਲੀ ਹੋਣ ਦੇ ਨਾਲ ਕੁਝ ਅਧਿਕਾਰ ਮਿਲਦੇ ਨੇ, ਕੁਝ ਪੁਆਇੰਟਸ ਮਿਲਦੇ ਨੇ ਬੇਸਿਕਲੀ। ਸੋ US ਦੇ ਵਿੱਚ ਸਿਰਫ ਤੇ ਸਿਰਫ ਤੁਹਾਡਾ ਰਿਸ਼ਤਾ ਆ, ਤੁਸੀਂ ਇਹਦੇ ਬੇਸ ਦੇ ਉੱਪਰ ਪੱਕੇ ਹੋ ਸਕਦੇ ਹੋ। ਮਤਲਬ US ਦਾ ਜੋ ਵੀਜ਼ਾ ਹੈ ਈਜ਼ੀ ਹੈ ਕੈਨੇਡਾ ਦੇ ਕੰਪੈਰੀਟਿਵਲੀ? ਕਾਫੀ ਈਜ਼ੀ। ਅਗਰ ਅਸੀਂ ਇਮੀਗ੍ਰੇਸ਼ਨ ਪ੍ਰੋਗਰਾਮਸ ਦੀ ਗੱਲ ਕਰੀਏ, ਕੈਨੇਡਾ ਦੇ ਵਿੱਚ ਤੁਹਾਨੂੰ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮਸ ਨੇ। ਬੇਸਿਕਲੀ ਤੁਸੀਂ ਲਾਈਕ ਤੁਹਾਡੀ ਕੈਪੇਬਿਲਿਟੀ ਹੈਗੀ ਹੈ, ਦੈਨ ਉਹਨਾਂ ਦੀ ਇੰਡੈਕਸਿੰਗ ਆਉਂਦੀ ਹੈ ਕਿ ਉਹਨਾਂ ਨੇ 4 ਲੱਖ ਬੰਦਾ ਸਾਲ ਦਾ ਪੱਕਾ ਕਰਨਾ ਆ। ਦੈਨ ਉਹਦੀ ਰੈਂਕਿੰਗ ਆਉਂਦੀ ਹੈ ਕਿ ਤੁਸੀਂ ਕੰਪਰੀਹੈਂਸਿਵ ਰੈਂਕਿੰਗ ਸਕੋਰ ਕਿੰਨਾ ਆ। ਸੋ ਉਹ ਇੱਕ ਤਰੀਕੇ ਨਾਲ ਕੱਟ ਆਫ ਹੈ। ਪਹਿਲਾਂ ਐਪਲੀਕੇਸ਼ਨਸ ਜਿੰਨੀਆਂ ਅਪਲਾਈ ਹੁੰਦੀਆਂ ਸੀ ਸਾਰੀਆਂ ਦੇ ਸਾਰੀਆਂ ਲਾਈਕ ਨੰਬਰ ਦੇ ਸੀਗੀਆਂ ਕਿ ਤੁਸੀਂ ਜੇ 500 ਐਪਲੀਕੇਸ਼ਨ ਚਾਹੀਦਾ ਉਹਨਾਂ ਨੂੰ ਤਾਂ 500 ਪੂਰੀਆਂ ਹੋ ਗਈਆਂ, ਦੈਨ ਕੈਪ ਲੱਗ ਗਿਆ ਉੱਤੇ ਕਿ ਨੋ ਮੋਰ ਐਪਲੀਕੇਸ਼ਨਸ। ਹੁਣ ਐਕਸਪ੍ਰੈਸ ਇਮੀਗ੍ਰੇਸ਼ਨ ਲਾਈਕ ਜਿਹੜੀ ਪ੍ਰਕਿਰਿਆ ਖੈਰ ਅਪਣਾਈ ਜਾਂਦੀ ਹੈ। ਉਹਦੇ ਵਿੱਚ ਕੀ ਆ ਕਿ ਜਿੰਨੀਆਂ ਐਪਲੀਕੇਸ਼ਨਾਂ ਪੂਲ 'ਚ ਪਾ ਲੈਂਦਾ ਕੈਨੇਡਾ, ਉਹ ਤੇ ਜਿਹੜੀਆਂ ਟੌਪ ਵਾਲੀਆਂ ਉਹ ਕੱਢ ਲੈਂਦਾ, ਬਾਕੀਆਂ ਨੂੰ ਛੱਡ ਲੈਂਦਾ। ਸੋ US ਦੇ ਵਿੱਚ ਅਗਰ ਹੈਗਾ ਆ ਤਾਂ US ਬਹੁਤ ਕਲੈਰਿਟੀ ਦੇ ਨਾਲ ਆ ਕਿ ਅਗਰ ਹੈਗਾ ਤੇ ਹੈ, ਨਹੀਂ ਹੈ ਤੇ ਐਗਜ਼ਿਸਟ ਹੀ ਨਹੀਂ ਕਰਦਾ। ਸੋ ਇਸ ਵਕਤ ਜੋ ਤੁਸੀਂ ਸਾਰੀ ਸਿਚੁਏਸ਼ਨ ਦੱਸ ਰਹੇ ਹੋ, ਅਮਰੀਕਾ ਜੋ ਹੈ ਉਹ ਕੰਪੈਰੀਟਿਵਲੀ ਕਾਫੀ ਈਜ਼ੀ ਲੱਗ ਰਿਹਾ ਹੈ ਸਾਨੂੰ। ਜੀ। ਔਰ ਕਾਫੀ ਫਰੈਂਡਲੀ ਲੱਗ ਰਿਹਾ ਜਦੋਂ ਤੱਕ ਵੀਜ਼ਾ ਦਾ ਸਵਾਲ ਹੈ। ਤਾਂ COVID-19 ਤੋਂ ਬਾਅਦ ਪੂਰੀ ਵਰਲਡ ਦਾ ਜੋ ਸਿਨੈਰੀਓ ਹੈ ਵੀਜ਼ਾਸ ਨੂੰ ਲੈ ਕੇ, ਜੇ ਉੱਥੇ ਦੇਖੀਏ ਤਾਂ ਅਮਰੀਕਾ ਕਿੱਥੇ ਖੜਾ ਹੈ ਜਿੱਥੋਂ ਤੱਕ ਅਸੀਂ ਸਾਰੇ ਉਹਦੇ ਨਾਲ ਤਾਲੁਕ ਰੱਖਦੇ ਹਾਂ, ਇੰਡੀਅਨਸ ਐਂਡ ਪੰਜਾਬੀਜ਼? ਇਕੱਲਾ ਅਮਰੀਕਾ ਨਹੀਂ, ਮਤਲਬ ਪੂਰੀ ਦੁਨੀਆ ਦੇ ਉੱਪਰ ਕੋਵਿਡ ਨੇ ਖੈਰ ਪ੍ਰਭਾਵ ਪਾਇਆ। ਔਰ US ਦੇ ਵਿੱਚ ਫਿਲਹਾਲ ਜਿਹੜੀਆਂ ਐਪਲੀਕੇਸ਼ਨਸ ਆ ਉਹ ਅਸੈਪਟ ਕੀਤੀਆਂ ਜਾ ਰਹੀਆਂ ਹੈ। ਕੈਨੇਡਾ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਈਵਨ ਕੋਵਿਡ ਦੇ ਸਮੇਂ ਦੇ ਵਿੱਚ ਵੀ। ਕੈਨੇਡਾ ਦੇ ਈਵਨ ਨਵੀਂ ਪ੍ਰਕਿਰਿਆ ਲਿਆਂਦੀ ਹੈ ਕਿ ਲਾਈਕ ਜਿਹੜੀਆਂ ਐਪਲੀਕੇਸ਼ਨਸ ਕੋਵਿਡ ਦੇ ਸਮੇਂ ਦੇ ਵਿੱਚ ਨਹੀਂ ਲੱਗ ਸਕਦੀਆਂ ਸੀ, ਉਹ ਵੀ ਐਪਲੀਕੇਸ਼ਨ ਲਈਆਂ, ਆਨਲਾਈਨ ਸਾਰਾ ਪ੍ਰੋਸੈਸ ਕਰਤਾ। ਬਿਕੋਜ਼ ਪਹਿਲਾਂ ਨੇ ਫਿਜ਼ੀਕਲ ਫਾਈਲਿੰਗ ਸੀ ਟੋਟਲੀ ਬੰਦ ਕਰਤੀ। ਔਰ ਬਾਕੀ ਜਿਹੜੇ ਕੁਛ ਕੰਟਰੀਜ਼ ਪੂਰੀ ਦੁਨੀਆ ਨੂੰ ਕੱਟ ਆਫ ਹੋ ਗਈ ਸੀ, ਜਿੱਦਾਂ ਆਸਟ੍ਰੇਲੀਆ ਸੀ, ਦੈਨ ਨਿਊਜ਼ੀਲੈਂਡ ਸੀ। ਨਿਊਜ਼ੀਲੈਂਡ ਸਟਿਲ ਉਸੇ ਸਿਚੁਏਸ਼ਨ ਦੇ ਵਿੱਚ ਹੈ, ਬਟ ਆਸਟ੍ਰੇਲੀਆ ਕੇਮ ਲਾਈਕ ਐਨੀਥਿੰਗ। ਆਸਟ੍ਰੇਲੀਆ ਨੇ ਰਾਤੋਂ ਰਾਤ ਵੀਜ਼ਾਜ਼ ਓਪਨ ਕੀਤੇ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਆ ਕੇ ਅਨਾਊਂਸ ਕੀਤਾ ਕਿ ਅਸੀਂ ਬੰਦ ਹੋਣ ਨਹੀਂ ਜਾ ਰਹੇ, ਅਸੀਂ ਹੁਣ ਖੁੱਲ੍ਹੇ ਹਾਂ ਅਤੇ ਖੁੱਲ੍ਹੇ ਰਹਾਂਗੇ।
ਦੈਨ ਸਪੇਨ ਨੇ ਵੀ ਸੇਮ ਇਸੇ ਭਾਸ਼ਾ ਦੇ ਵਿੱਚ ਹੀ ਕਿਹਾ ਕਿ ਅਸੀਂ ਜੋ ਸਾਡੇ ਵੈਕਸੀਨੇਸ਼ਨ ਦੇ ਪ੍ਰੋਗਰਾਮ ਸੀ ਅਸੀਂ ਸਭ ਲਾਈਕ ਪੂਰਾ ਹੋ ਗਿਆ, ਅਸੀਂ ਇਸ ਤੋਂ ਬਾਅਦ ਕੁਝ ਨਹੀਂ ਕਰਨਾ। ਪੁਰਤਗਾਲ ਨੇ ਵੀ ਇਸੇ ਤਰੀਕ ਭਾਸ਼ਾ ਦੇ ਵਿੱਚ ਕਿਹਾ ਕਿ ਅਸੀਂ ਬਹੁਤ ਜ਼ਿਆਦਾ ਹੁਣ ਰੋਕਾਂ ਲਾਉਣ ਨਹੀਂ ਜਾ ਰਹੇ। ਬਟ ਜਿਹੜੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਆ ਕੇ ਕਿਹਾ ਕਿ ਅਸੀਂ ਦੁਬਾਰਾ ਬੰਦ ਹੋਣ ਬਾਰੇ ਨਹੀਂ ਸੋਚ ਰਹੇ ਔਰ ਅਸੀਂ ਖੁੱਲ੍ਹਣ ਜਾ ਰਹੇ ਹਾਂ। 2 ਸਾਲ ਪਹਿਲਾਂ ਆਸਟ੍ਰੇਲੀਆ ਦੀ ਭਾਸ਼ਾ ਇਹ ਸੀਗਾ ਕਿ ਅਗਰ ਕਿਸੇ ਨੇ ਆਸਟ੍ਰੇਲੀਆ ਆਉਣਾ ਹੈ ਤਾਂ ਆਪਣੇ ਜੋਖਮ 'ਤੇ ਆਵੇ, ਆਪਣੇ ਖਰਚੇ 'ਤੇ ਆਵੇ, ਬਿਕੋਜ਼ ਇੱਥੇ ਆ ਕੇ ਲਾਈਕ ਕੋਵਿਡ ਦਾ ਪ੍ਰੋਟੋਕੋਲਸ ਕਾਫੀ ਐਕਸਪੈਂਸਿਵ ਨੇ, ਬਿਕੋਜ਼ ਕੰਪਲਸਰੀ ਕੁਆਰੰਟੀਨ ਸੀ। ਔਰ ਹੁਣ ਦੀ ਭਾਸ਼ਾ ਇਹ ਹੈ ਕਿ ਆਸਟ੍ਰੇਲੀਅਨ ਪ੍ਰੀਮੀਅਰ ਨੇ ਕਿਹਾ ਕਿ ਯਾਰ ਕਿਸੇ ਕੋਲੋਂ ਜਹਾਜ਼ ਫੜ ਕੇ ਪਹੁੰਚੋ, ਔਰ ਇੱਥੋਂ ਤੱਕ ਕਿ ਅੰਬੈਸੀ ਨੇ ਲਾਈਕ ਆਪਣੀ ਜਿਹੜੀ ਵੀਜ਼ਾ ਫੀਸ ਆ ਉਹ ਮਾਫ ਕਰਤੀ ਹੈ। ਸੋ ਅਗਰ ਅੱਜ ਸਟੂਡੈਂਟ ਨੇ ਕਿਸੇ ਨੇ ਆਸਟ੍ਰੇਲੀਆ ਜਾਣਾ ਹੈ ਤਾਂ ਉਹਨੂੰ ਅੰਬੈਸੀ ਦਾ ਖਰਚਾ ਨਹੀਂ ਲੱਗਦਾ। ਸੋ ਆਸਟ੍ਰੇਲੀਆ 2 ਸਾਲ ਬੰਦ ਹੋਣ ਤੋਂ ਬਾਅਦ ਇੱਕਦਮ ਬੂਮ ਕਰਕੇ ਓਪਨ ਅਪ ਹੋਇਆ ਹੈ। ਔਰ US ਨੇ ਔਰ ਕੈਨੇਡਾ ਨੇ ਤਕਰੀਬਨ ਜਿਹੜਾ ਲਗਾਤਾਰ ਜਿਹੜੇ ਸਟੂਡੈਂਟਸ ਨੂੰ ਭਰਤੀ ਰੱਖਿਆ ਹੈ। ਹਾਂ, ਟੂਰਿਸਟ ਜ਼ਰੂਰ ਸਫ਼ਰ ਕੀਤੇ ਨੇ ਕੁਝ ਸਮੇਂ ਲਈ ਜਿਹੜੇ US ਦੇ ਵਿੱਚ, ਬਿਕੋਜ਼ ਪਿਛਲੇ ਲਗਭਗ 1.5-2 ਸਾਲ ਤੋਂ ਟੂਰਿਸਟ ਵੀਜ਼ਾਸ ਉਹ ਗ੍ਰਾਂਟ ਨਹੀਂ ਹੋਏ। ਔਰ ਖੈਰ ਇਸ ਸਾਲ ਹੁਣ ਸਭ ਚੀਜ਼ਾਂ ਦਾ ਜਿਹੜਾ ਮੌਸਮ ਹੈ ਉਹ ਹੈ, ਔਰ ਇਸ ਸਾਲ ਵੀ ਜਿੰਨੀਆਂ ਐਪਲੀਕੇਸ਼ਨ US ਵਿੱਚ ਕਾਫੀ ਨਿਕਲਣਗੀਆਂ ਹੁਣ। ਥੈਂਕ ਯੂ ਅਰਵਿੰਦਰ ਜੀ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ ਹੈ। ਤਾਂ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਜਿਹੜੇ ਪੱਕੇ ਐਪਲਾਈਡ ਕੇਸਿਸ ਦੀ, ਜੀ, ਉਹ ਵੀ ਇਹਦੇ ਨਾਲ ਰਿਲੇਟਡ ਨੇ ਕਿ ਉਹ ਵੀ ਐਜ਼ ਟੂਰਿਸਟ ਜਾ ਸਕਦੇ ਨੇ ਅਮਰੀਕਾ? ਇਹ ਸੰਜੀਵ ਜੀ ਇੱਕ ਤੁਸੀਂ ਬੜਾ ਸੰਵੇਦਨਸ਼ੀਲ ਮੁੱਦਾ ਆ, ਬਿਕੋਜ਼ ਤੁਸੀਂ ਕਿਸੇ ਵੀ ਫੈਮਿਲੀ ਨੂੰ ਪੁੱਛੋਗੇ, ਕਿਸੇ ਨੂੰ ਵੀ ਗੱਲਬਾਤ ਕਰੋਗੇ, ਉਹ ਜਿਨ੍ਹਾਂ ਦੀ ਅਪਲਾਈਡ ਕੇਸਿਸ ਨੇ, ਪਰਮਾਨੈਂਟਲੀ ਅਪਲਾਈਡ ਕੇਸਿਸ ਨੇ, ਇਮੀਗ੍ਰੈਂਟ ਕੇਸਿਸ ਅਪਲਾਈਡ ਨੇ ਅਮਰੀਕਾ ਦੇ, ਉਹਨਾਂ 'ਚ ਇੱਕ ਖਾਸ ਡਰ ਆ, ਖਾਸ ਭਾਵਨਾ ਆ ਕਿ ਸ਼ਾਇਦ ਅਸੀਂ ਨਾਨ ਇਮੀਗ੍ਰੈਂਟ ਕੇਸ ਅਪਲਾਈ ਨਹੀਂ ਕਰ ਸਕਦੇ। ਪਰ ਅਸੀਂ ਪ੍ਰੈਕਟੀਕਲੀ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ, ਅਸੀਂ ਸਟੂਡੈਂਟ ਵੀ ਟੂਰਿਸਟ ਵੀਜ਼ਾ ਦੀਆਂ ਐਪਲੀਕੇਸ਼ਨਸ ਵੀ ਲਾਉਂਦੇ ਆ, ਜਿਹਦੇ ਵਿੱਚ ਕਿ ਤੁਹਾਡਾ ਪੱਕਾ ਕੇਸ ਅਪਲਾਈਡ ਹੈ। ਸੋ ਤੁਹਾਡੀ ਮਦਰ ਵੱਲੋਂ, ਤੁਹਾਡੀ ਮਦਰ ਦੇ ਸਿਸਟਰ ਵੱਲੋਂ, ਬ੍ਰਦਰ ਵੱਲੋਂ, ਮਾਮਿਆਂ ਵੱਲੋਂ, ਮਤਲਬ ਕਿਸੇ ਵੱਲੋਂ ਵੀ ਜਿਹੜਾ ਕੇਸ ਅਪਲਾਈਡ ਹੈ, ਔਰ ਫੈਮਿਲੀ ਦੇ ਕੇਸਿਸ ਅਪਲਾਈਡ ਨੇ, ਔਰ ਪਿਛਲੇ 10-12 ਸਾਲ ਤੋਂ ਕੇਸਿਸ ਅਪਲਾਈਡ ਨੇ। ਇਹਨਾਂ ਸਭ ਕੈਟਾਗਰੀ ਦੇ ਵਿੱਚ ਅਸੀਂ ਨਾਨ ਇਮੀਗ੍ਰੈਂਟ ਵੀਜ਼ਾਸ ਬਹੁਤ ਵੱਡੀ ਗਿਣਤੀ ਦੇ ਵਿੱਚ ਲੈਂਦੇ ਹਾਂ। ਹਾਂ, ਹੁਣ ਅਗਰ ਇਹ ਇਦਾਂ ਦਾ ਇੰਨਾ ਈਜ਼ੀ ਹੈ ਤੇ ਫਿਰ ਇਹਦੇ ਬਾਰੇ ਲੋਕਾਂ ਨੂੰ ਭੁਲੇਖਾ ਕਿਉਂ ਆ, ਸਾਰੇ ਐਪਲੀਕੈਂਟਸ ਨੂੰ ਭੁਲੇਖਾ ਕਿਉਂ ਆ? ਅਲਟੀਮੇਟਲੀ ਜਦੋਂ ਸਟੂਡੈਂਟ ਦੀ ਜਾਂ ਕਿਸੇ ਟੂਰਿਸਟ ਦੀ ਵੀਜ਼ਾ ਦੀ ਇੰਟਰਵਿਊ ਚੱਲ ਰਹੀ ਹੈ, ਸਪੋਜ਼ ਕਰੋ ਤੁਸੀਂ ਵੀਜ਼ਾ ਆਫਿਸਰ ਦੇ ਸਾਹਮਣੇ ਖੜੇ ਹੋ ਔਰ ਵੀਜ਼ਾ ਆਫਿਸਰ ਨੇ ਤੁਹਾਡੇ ਕੋਲ 2-4 ਸਵਾਲ ਪੁੱਛੇ। ਵੀਜ਼ਾ ਆਫਿਸਰ ਦੇ ਸਵਾਲ ਪੁੱਛਣ ਤੋਂ ਬਾਅਦ ਉਹਨੇ ਲਾਈਕ ਐਂਡ ਤੇ ਤੁਹਾਨੂੰ ਹਾਂ ਜਾਂ ਨਾ ਕਰਨੀ ਆ। ਸੋ ਇਸੇ ਪ੍ਰਕਿਰਿਆ ਦੌਰਾਨ ਅਗਰ ਵੀਜ਼ਾ ਆਫਿਸਰ ਤੁਹਾਡੇ ਨਾਲ ਇਹ ਗੱਲਬਾਤ ਕਰਦਾ ਕਿ ਅੱਛਾ ਤੁਹਾਡਾ ਕੇਸ ਅਪਲਾਈਡ ਹੈ, ਔਰ ਉਸ ਤੋਂ ਬਾਅਦ 2-4 ਗੱਲਾਂ ਹੋਰ ਪੁੱਛੀਆਂ, ਕਿੱਥੇ ਜਾਣਾ, ਕਿਉਂ ਜਾਣਾ, ਕੀ ਕਰਨਾ, ਫਿਰ ਨਾਲ ਚੈੱਕ ਕੀਤਾ ਕਿ ਅੱਛਾ ਤੁਹਾਡਾ ਕੇਸ ਵੀ ਅਪਲਾਈਡ ਹੈ, ਔਰ ਦੈਨ 2-3 ਗੱਲਾਂ ਤੋਂ ਬਾਅਦ ਅਗਰ ਤੈਨੂੰ ਨਾ ਕਰ ਦਿੰਦਾ ਆ, ਪ੍ਰੀਡੋਮੀਨੈਂਟਲੀ ਤੁਹਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਧਾਰਨਾ ਘਰ ਕਰ ਜਾਂਦੀ ਹੈ ਕਿ ਅੱਛਾ ਮੇਰਾ ਕੇਸ ਅਪਲਾਈਡ ਆ ਤਾਂ ਮੈਨੂੰ ਮਨਾ ਕਰਤਾ ਆ। ਸੋ ਇਹ ਇੱਕ ਮਿਥ ਆ ਜਿਹੜਾ ਸੈਲਫ ਕ੍ਰੀਏਟਡ ਹੈ। ਸੋ ਅਸਲ ਦੇ ਵਿੱਚ ਵੇਖੋ ਕਿ ਜਦੋਂ ਅਸੀਂ ਐਜ਼ ਏ ਇਮੀਗ੍ਰੈਂਟ ਜਾਣਾ ਆ, ਤੁਸੀਂ ਕਿਸੇ ਮੁਲਕ ਦੇ ਵਿੱਚ ਐਜ਼ ਏ ਇਮੀਗ੍ਰੈਂਟ ਜਾਣਾ, ਤੁਹਾਡੀ ਫੀਲਡ ਇਨਵੈਸਟੀਗੇਸ਼ਨ ਹੁੰਦੀ ਹੈ। ਇੱਕ ਅੰਬੈਸੀ ਦੀ ਗੱਡੀ ਆਉਂਦੀ ਆ, ਤੁਹਾਡੇ ਪਿੰਡ ਆਉਂਦੀ, ਤੁਹਾਡੇ ਸ਼ਹਿਰ ਆਉਂਦੀ, ਤੁਹਾਡੇ ਮੁਹੱਲੇ ਦੇ ਵਿੱਚ ਆ ਕੇ ਪੁੱਛਦੇ ਨੇ ਕਿ ਤੁਹਾਡਾ ਆਹ ਕੇਸ ਅਪਲਾਈਡ ਆ, ਇਹਦਾ ਵਿਆਹ ਹੋਇਆ, ਇਹਨਾਂ ਦੇ ਬੱਚੇ ਕਿੰਨੇ ਆ। ਸੋ ਇਹ ਮਤਲਬ ਨਾਰਮਲ ਕੇਸ ਦੇ ਤੁਸੀਂ ਅੰਬੈਸੀ ਜਾਂਦੇ ਹੋ, ਤੁਹਾਡਾ ਵੀਜ਼ਾ ਉਸੇ ਟਾਈਮ ਹਾਂ ਜਾਂ ਨਾ ਕਰਤਾ। ਪਰ ਜਿਹਨੂੰ ਅਸੀਂ ਪੱਕੀ ਅਪਲਾਈ ਕਹਿੰਦੇ ਆ, ਸੋ ਜਿਹੜੇ ਇਮੀਗ੍ਰੈਂਟ ਕੇਸਿਸ ਆ ਉਹਨਾਂ ਦੇ ਵਿੱਚ ਤੁਹਾਨੂੰ ਇੱਕ ਕਾਉਂਸਲਰ ਡਿਪਾਰਟਮੈਂਟ ਤੋਂ ਗੱਡੀ ਆ ਕੇ ਤੁਹਾਡੀ ਇਨਵੈਸਟੀਗੇਸ਼ਨ ਕਰਕੇ ਜਾਂਦੀ ਆ। ਉਹ ਕਿਉਂ? ਕਾਰਨ ਇਹ ਆ ਕਿ ਜਿਹੜਾ ਇੱਥੋਂ ਇਮੀਗ੍ਰੈਂਟ ਜਾ ਰਿਹਾ ਹੈ, ਕਿਉਂਕਿ ਨੀਤੀਆਂ ਇਹ ਆ ਕਿ ਰੋਕ ਨਹੀਂ ਸਕਦੇ। ਅਗਰ ਨੀਤੀ ਬਣਾਈ ਹੈ ਕਿ ਇਮੀਗ੍ਰੇਸ਼ਨ ਦੀ ਫੇਵਰ ਦੇ ਵਿੱਚ, ਤੇ ਯੈਸ ਇਹ ਚੱਲਦੀ ਰਹੇਗੀ ਜਦ ਤੱਕ ਨਹੀਂ ਰੋਕੇਗੀ। ਹੁਣ ਜਿਹੜਾ ਐਪਲੀਕੈਂਟ ਐਜ਼ ਏ ਇਮੀਗ੍ਰੈਂਟ ਜਾ ਰਿਹਾ, ਉਹ ਉਸ ਮੁਲਕ ਦੀ ਲਾਇਬਿਲਟੀ ਬਣ ਕੇ ਜਾ ਰਿਹਾ। ਲਾਇਬਿਲਟੀ ਦਾ ਮਤਲਬ ਉਹਨੂੰ ਕੱਲ੍ਹ ਨੂੰ ਸੋਸ਼ਲ ਸਿਕਿਉਰਿਟੀ ਦੇਣੀ ਪੈਣੀ ਹੈ। ਕੋਵਿਡ ਦਾ ਸਮਾਂ ਆ ਗਿਆ, ਉਹਨੂੰ ਅੱਜ ਤੁਹਾਨੂੰ ਗੁਜ਼ਾਰਾ ਭੱਤਾ ਦੇਣਾ ਪੈਣਾ ਆ। ਸੋ ਤੁਹਾਨੂੰ ਉਹਦੇ ਇੰਪਲੋਇਮੈਂਟ ਦੇ ਬੈਨੀਫਿਟਸ ਦੇਣੇ ਪੈਣੇ ਆ। ਸੋ ਤੁਹਾਨੂੰ ਉਹਨੂੰ ਮੈਡੀਕਲ ਦੇਣਾ ਪੈਣਾ ਆ, ਹੈਲਥ ਕੇਅਰ ਦੇਣਾ ਪੈਣਾ ਆ। ਸੋ ਤੁਹਾਨੂੰ ਇੱਕ ਬਾਹਰੋਂ ਬੰਦੇ ਨੂੰ ਲਿਆ ਕੇ, ਉਹਦੇ ਪੂਰੇ ਪਰਿਵਾਰ ਨੂੰ ਲਿਆ ਕੇ ਗਵਰਨਮੈਂਟ ਪੱਲਿਓਂ ਪੈਸਾ ਸਪੈਂਡ ਕਰ ਲਈ ਆ। ਇਹਨੂੰ ਅਸੀਂ ਇਮੀਗ੍ਰੈਂਟ ਕੈਟਾਗਰੀ ਕਹਿੰਦੇ ਆ। ਨਾਨ ਇਮੀਗ੍ਰੈਂਟ ਕੈਟਾਗਰੀ 'ਚ ਕੀ ਹੈ ਕਿ ਤੁਸੀਂ ਜਿਹੜੇ ਵੀ ਮੁਲਕ ਦੇ ਵਿੱਚ ਬੈਠੇ ਹੋ, ਤੁਸੀਂ ਉੱਥੋਂ 5 ਰੁਪਈਆਂ ਦੀ ਚੱਕਣੀ ਆ, ਪੈਸੇ ਚੱਕਣੇ ਆ, ਜਾ ਕੇ ਉਸ ਮੁਲਕ ਢੇਰੀ ਕਰਨੇ ਆ। ਸੋ ਜਿਸ ਤਰੀਕੇ ਨਾਲ ਅਸੀਂ ਹਮੇਸ਼ਾ ਵੇਖਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਟੂਰਿਜ਼ਮ ਨੇ ਰਾਤੋਂ ਰਾਤ ਮੁਲਕਾਂ ਦੇ ਰੰਗ ਬਦਲਿਆ। ਥਾਈ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ, ਮਰੀਸ਼ੀਅਸ, ਇਹ ਰਾਤੋਂ ਰਾਤ ਜਗੇ ਨੇ ਮੁਲਕ। ਕਾਹਦੇ ਨਾਲ ਜਗੇ ਨੇ ਕਿ ਪੈਸਾ ਬਾਹਰੋਂ ਆਇਆ, ਉੱਥੇ ਆ ਕੇ ਡੰਪ ਹੋਇਆ। ਜਿਹੜਾ ਪੈਸਾ ਡੰਪ ਹੋਇਆ ਉਹਦੀ ਡਿਸਟਰੀਬਿਊਸ਼ਨ ਲੋਕਲ ਲੋਕਾਂ ਦੇ ਵਿੱਚ ਆ। ਸੋ ਉਹ ਲੋਕਾਂ ਦੇ ਵਿੱਚ ਪੈਸਾ ਵੰਡਿਆ ਜਾਂਦਾ।
ਹੁਣ ਇੱਕ ਕੈਟਾਗਰੀ ਹੈ ਕਿ ਜਿਹਦੇ ਵਿੱਚ ਕਿ ਸਰਕਾਰ ਨੂੰ ਪੱਲਿਓਂ ਪੈਸੇ ਦੇਣੇ ਪੈਂਦੇ ਆ। ਇੱਕ ਦੂਸਰੀ ਕੈਟਾਗਰੀ ਆ ਕਿ ਅਗਰ ਇਹੀ ਐਪਲੀਕੈਂਟ ਜਿੰਨੇ ਕੱਲ ਨੂੰ ਲਾਇਬਿਲਟੀ ਬਣ ਕੇ ਆਉਣਾ ਆ, ਅੱਜ ਐਸੈਟ ਬਣਨ ਨੂੰ ਤਿਆਰ ਹੈ, ਗਵਰਨਮੈਂਟ ਨੂੰ ਕੋਈ ਤਕਲੀਫ ਹੋਏਗੀ ਇਹਦੇ ਨਾਲ? ਸੋ ਇਹਨੂੰ ਵੀਜ਼ਾ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ। ਰਾਦਰ ਇਹਨੂੰ ਇੱਕ ਪ੍ਰਾਇੋਰਟੀ ਵਾਲਾ ਹਿਸਾਬ ਮੰਨਿਆ ਜਾਏਗਾ ਕਿ ਯੈਸ ਕਿ ਇਹਦਾ ਪਰਮਾਨੈਂਟਲੀ ਕੇਸ ਤੇ ਅਪਲਾਈਡ ਹੈ ਹੀ ਆ, ਔਰ ਇਹਨੇ ਲਾਇਬਿਲਟੀ ਬਣ ਕੇ ਤਾਂ ਆਉਣਾ ਹੀ ਆਉਣਾ ਆ। ਅੱਜ ਅਗਰ ਇਹ 4 ਪੈਸੇ ਵਟਾ ਸਕਦਾ ਤਾਂ ਕੋਈ ਮਾੜਾ ਨਹੀਂ ਆ। ਸੋ ਇਸੇ ਕੈਟਾਗਰੀ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਵੀਜ਼ਾਸ ਲੈਂਦੇ ਆ ਉਹ ਇਹ ਆ। ਸੋ ਨਾਨ ਇਮੀਗ੍ਰੈਂਟ ਕੈਟਾਗਰੀ ਦੇ ਵਿੱਚ ਜਿੰਨੇ ਵੀ ਇਮੀਗ੍ਰੈਂਟ ਕੇਸਿਸ ਆ, ਕਿਸੇ ਦੇ ਵਿੱਚ ਵੀ ਵੀਜ਼ਾ ਫਾਈਲ ਕਰੋ, ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਰਿਸਕ ਨਹੀਂ ਆ, ਔਰ ਨਾ ਹੀ ਇਹਦਾ ਨਾਨ ਇਮੀਗ੍ਰੈਂਟ ਕੈਟਾਗਰੀ ਦਾ ਤੁਹਾਡੀ ਇਮੀਗ੍ਰੇਸ਼ਨ ਕੇਸ ਦੇ ਉੱਪਰ ਜ਼ੀਰੋ ਇਫੈਕਟ ਆ। ਬਿਕੋਜ਼ ਜਿਹੜੀਆਂ ਚੀਜ਼ਾਂ ਤੁਸੀਂ ਇਸ ਕੇਸ 'ਚ ਦਿਖਾਉਂਦੇ ਹੋ ਉਹਦੇ ਵਿੱਚ ਬਿਲਕੁਲ ਨਹੀਂ ਹੈਗੀਆਂ, ਔਰ ਜੋ ਇਮੀਗ੍ਰੈਂਟ ਕੇਸ 'ਚ ਦਿਖਾਉਂਦੇ ਹੋ ਉਹ ਨਾਨ ਇਮੀਗ੍ਰੈਂਟ ਕੇਸ 'ਚ ਨਹੀਂ ਹੈਗੀਆਂ। ਸੋ ਦੋਨਾਂ ਦੇ ਵਿੱਚ ਡਾਕੂਮੈਂਟੇਸ਼ਨ ਕੀ ਡਿਫਰੈਂਸ ਆ? ਸੋ ਜਿਹੜਾ ਇਮੀਗ੍ਰੈਂਟ ਕੇਸ ਆ ਉਹਦੇ ਵਿੱਚ ਤੁਹਾਨੂੰ ਬਰਥ ਸਰਟੀਫਿਕੇਟ ਪਹਿਲਾ ਡਾਕੂਮੈਂਟ ਆ, ਮੈਰਿਜ ਸਰਟੀਫਿਕੇਟ ਅਗਰ ਤੁਹਾਡਾ ਰਿਲੇਸ਼ਨਸ਼ਿਪ ਦੇ ਬੇਸ ਦੇ ਉੱਪਰ ਆ, ਪੁਲਿਸ ਵੈਰੀਫਿਕੇਸ਼ਨ ਆ ਜਿਹੜੀ ਨੂੰ ਅਸੀਂ PCC ਬੋਲਦੇ ਆ, ਮੈਡੀਕਲ ਹੈ। ਸੋ ਇਹ 3-4 ਕਾਗਜ਼ ਨੇ, ਇਸ ਤੋਂ ਇਲਾਵਾ ਕੁਝ ਨਹੀਂ ਜਾਂਦਾ। ਇਸ ਤੋਂ ਇਲਾਵਾ ਸਿਰਫ ਲਾਈਕ NVC ਦੀਆਂ ਨੈਸ਼ਨਲ ਵੀਜ਼ਾ ਸੈਂਟਰ ਦੀਆਂ ਫੀਸਾਂ ਜਾਂਦੀਆਂ ਨੇ। ਸੋ ਟੋਟਲ ਆਹ ਚੀਜ਼ਾਂ ਦੇ ਬਿਹਾਫ ਦੇ ਉੱਪਰ ਕੇਸ ਫਾਈਲ ਹੋ ਜਾਂਦਾ। ਨਾਨ ਇਮੀਗ੍ਰੈਂਟ ਕੇਸ ਦੇ ਵਿੱਚ ਤੁਸੀਂ ਇਹਨਾਂ 'ਚੋਂ ਕੁਝ ਵੀ ਨਹੀਂ ਦਿਖਾਉਂਦੇ। ਨਾਨ ਇਮੀਗ੍ਰੈਂਟ ਦੇ ਕੇਸ ਦੇ ਵਿੱਚ ਤੁਸੀਂ ਕੀ ਦਿਖਾਉਂਦੇ ਹੋ ਕਿ ਮੈਂ ਸਰਮਾਏਦਾਰ ਹਾਂ, ਮੇਰੇ ਕੋਲ ਪੈਸਾ ਹੈਗਾ ਆ, ਮੈਂ ਪੈਸਾ ਕਮਾਉਣਾ ਆ। ਸੋ ਤੁਸੀਂ ਆਪਣੀਆਂ ਰਿਟਰਨਾਂ ਦਿਖਾਉਂਦੇ ਹੋ, ਤੁਸੀਂ ਆਪਣੇ ਬੈਂਕ ਬੈਲੈਂਸਿਸ ਦਿਖਾਉਂਦੇ ਹੋ, ਤੁਸੀਂ ਆਪਣਾ ਬਿਜ਼ਨਸ ਦਿਖਾਉਂਦੇ ਹੋ। ਸੋ ਜੋ ਤੁਸੀਂ ਇਹਦੇ 'ਚ ਦਿਖਾਉਂਦੇ ਹੋ ਇਹਦੇ ਤੁਸੀਂ ਸੋਸ਼ਲ ਤੇ ਇਕਨੋਮਿਕ ਟਾਈਜ਼ ਦਿਖਾਉਂਦੇ ਹੋ। ਇਮੀਗ੍ਰੈਂਟ ਕੇਸ ਦੇ ਵਿੱਚ ਇਹ ਸਿਰਫ ਤੇ ਸਿਰਫ ਬਾਈ ਵਰਚੂ ਆਫ ਰਿਲੇਸ਼ਨਸ਼ਿਪ ਆ। ਇਹ ਵੀਜ਼ਾ ਤੁਹਾਡਾ ਤਾਂ ਹੋ ਰਿਹਾ ਕਿਉਂਕਿ ਤੁਸੀਂ ਅਮਰੀਕਨ ਸਿਟੀਜ਼ਨ ਦੇ ਰਿਸ਼ਤੇਦਾਰ ਹੋ, ਇਹਦੇ 'ਚ ਹੋਰ ਕੋਈ ਕੁਆਲੀਫਿਕੇਸ਼ਨ ਨਹੀਂ ਹੈਗੀ। ਸੋ ਇਸ ਕਰਕੇ ਇਹਨਾਂ ਦੋਨੋਂ ਕੈਟਾਗਰੀਜ਼ ਦੀਜ਼ ਆਰ ਮਾਈਲਸ ਅਪਾਰਟ, ਇਹਨਾਂ ਦਾ ਆਪਸ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਇਸ ਕੈਟਾਗਰੀ ਨਾਨ ਇਮੀਗ੍ਰੈਂਟ ਕੈਟਾਗਰੀਜ਼ ਉੱਪਰ ਮਲਟੀਪਲ ਟਾਈਮ ਅਪਲਾਈ ਕਰ ਸਕਦੇ ਹੋ। ਵੀਜ਼ਾ ਨਹੀਂ ਵੀ ਮਿਲਦਾ, ਤੁਸੀਂ ਅਪਲਾਈ ਵੀ ਕੀਤਾ ਤੇ ਉਹਦਾ ਜਿਹੜਾ ਇਮੀਗ੍ਰੈਂਟ ਕੇਸ ਆ ਉਹਦੇ ਉੱਪਰ ਜ਼ੀਰੋ ਇਫੈਕਟ ਹੈ। ਸੋ ਰਵਿੰਦਰ ਸਰ, ਜਿਸ ਤਰ੍ਹਾਂ ਤੁਸੀਂ ਸਭ ਕੁਝ ਐਕਸਪਲੇਨ ਕਰ ਰਹੇ ਹੋ, ਇੰਨਾ ਈਜ਼ੀਲੀ ਐਕਸਪਲੇਨ ਕਰ ਰਹੇ ਹੋ, ਲੱਗਦਾ ਸਭ ਕੁਝ ਬਹੁਤ ਸੌਖਾ ਹੈ, ਵੱਟ ਤੇ ਪਿਆ ਵੀਜ਼ਾ। ਜੀ ਪਰ ਜਦੋਂ ਅਸੀਂ ਪ੍ਰੈਕਟੀਕਲੀ ਦੇਖਦੇ ਹਾਂ ਉਦੋਂ ਔਖਾ ਹੈ। ਜਿਹੜੇ ਮੈਂ ਆਫਿਸ ਗਿਆ ਸੀ, ਜਿਹੜੇ ਕਹਿ ਰਹੇ ਸੀ ਪੱਕੇ ਐਪਲੀਕੈਂਟ, ਤੁਸੀਂ ਮੈਨੂੰ ਦੱਸਿਆ ਪੱਕੇ ਅਪਲਾਈਡ ਕੇਸਿਸ ਹੁੰਦੇ ਨੇ, ਨਾਟ ਪੱਕੇ ਐਪਲੀਕੈਂਟ। ਸੋ ਉਹ ਦੱਸ ਰਹੇ ਸੀ ਕਿ ਇਹ ਸਭ ਕੁਝ ਤੁਹਾਡੇ ਵਰਗੇ ਜਿਹੜੇ ਐਕਸਪਰਟ ਨੇ ਉਹਨਾਂ ਦੇ ਫਿੰਗਰ ਟਿਪਸ ਤੇ ਨੇ, ਪਰ ਬਾਕੀਆਂ ਵਾਸਤੇ ਸਿਰ ਦਰਦੀ ਹੈ ਕਿ ਇੰਟਰਵਿਊ ਵਾਸਤੇ ਤਿਆਰੀ ਕਿਵੇਂ ਕਰਨੀ, ਕਿਉਂਕਿ ਅਮਰੀਕਨਸ ਜਿਹੜੇ ਨੇ ਉਹ ਬਿਲਕੁਲ ਇੰਟਰਵਿਊ ਬੇਸਡ ਨੇ, ਸਭ ਕੁਝ ਇੰਟਰਵਿਊ ਦੇ ਦੌਰਾਨ ਹੀ ਉਹ ਤੈਅ ਕਰ ਲੈਂਦੇ ਨੇ। ਸੋ ਕਿਹੜੇ ਸਵਾਲ, ਬੇਸਿਕਲੀ ਸਰ, ਬੇਸਿਕਲੀ ਕੀ ਹੈ ਕਿ ਇਹ ਅਸਲ 'ਚ ਮੈਂ ਫਿਰ ਆਪਣੀ ਭਾਸ਼ਾ 'ਚ ਬੋਲਦਾ ਹੁੰਦਾ ਕਿ ਇਹ ਦੁਨੀਆ ਦੇ ਸਭ ਤੋਂ ਸੌਖੇ ਵੀਜ਼ਿਆਂ ਵਿੱਚੋਂ ਆ। US ਵੀਜ਼ਾ ਲੈਣਾ ਸਭ ਤੋਂ ਸੌਖੇ ਵੀਜ਼ਿਆਂ ਵਿੱਚੋਂ ਆ, ਬਿਕੋਜ਼ ਇਹ ਵੀਜ਼ਾ ਤੁਸੀਂ ਗੱਲੀ ਬਾਤੀ ਲੈ ਲੈਂਦੇ ਹੋ। ਗੱਲੀ ਬਾਤੀ, ਜਿਵੇਂ ਮੈਂ ਤੁਹਾਡੇ ਨਾਲ ਗੱਲਾਂ ਕਰਦਾ। ਹਾਂ, ਬਿਕੋਜ਼ ਅਗਰ ਸਪੋਜ਼ ਕਰੋ ਤੁਹਾਡੀ ਇੰਟਰਵਿਊ ਹੈ, ਸਪੋਜ਼ ਤੁਸੀਂ ਵੀਜ਼ਾ ਆਫਿਸਰ ਦੇ ਕੋਲ ਖੜੇ ਹੋ ਤਾਂ ਤੁਹਾਡਾ ਸਬਜੈਕਟ ਡਿਫਾਈਨਡ ਹੈ, ਤੁਹਾਡੀ ਇੰਟਰਵਿਊ ਡਿਫਾਈਨਡ ਹੈ। ਕੋਈ ਕਿਸੇ ਨੂੰ ਤੁਹਾਨੂੰ ਅਸਮਾਨੋਂ ਥੋੜੀ ਸਵਾਲ ਆ ਜਾਣੇ ਆ। ਤੁਹਾਨੂੰ ਇਹ ਥੋੜੀ ਪੁੱਛਣਾ ਕਿ ਕਿਸੇ ਨੇ ਟਰੰਪ ਸਾਹਿਬ ਇੰਡੀਆ ਆਏ ਸੀ, ਮੋਦੀ ਸਾਹਿਬ ਉੱਥੇ ਗਏ ਸੀ, ਇਹ ਕੀ ਲੈ ਕੇ ਗਏ ਤੇ ਉਹ ਕੀ ਲੈ ਕੇ ਗਏ। ਤੁਹਾਨੂੰ ਉਹੀ ਸਵਾਲ ਪੁੱਛੇ ਜਾਣੇ ਆ ਜੋ ਸਿੱਧੇ ਤੌਰ ਤੇ ਤੁਹਾਡੇ ਨਾਲ ਸੰਬੰਧਿਤ ਹੈ। ਔਰ ਜਿਹੜਾ ਵੀ ਸਵਾਲ ਵੀ ਤੁਸੀਂ ਤੈਅ ਕਰਦੇ ਹੋ ਕਿ ਮੇਰੇ ਕੋਲ ਕੀ ਪੁੱਛੇ। ਸੋ ਵੀਜ਼ਾ ਆਫਿਸਰ ਦਾ ਬਹੁਤ ਸਿੰਪਲ ਫਾਰਮੂਲਾ ਆ ਕਿ ਜਿਹੜਾ ਜ਼ਬਾਨ ਤੁਹਾਡੀ ਚੋਂ ਅੱਖਰ ਬਾਹਰ ਡਿੱਗਿਆ ਉਹੀ ਅਗਲਾ ਸਵਾਲ ਹੈ। ਸੋ ਇਸ ਇੰਟਰਵਿਊ ਦੇ ਡਰਾਈਵਰ ਤੁਸੀਂ ਹੋ, ਤੁਸੀਂ ਤੈਅ ਕਰਦੇ ਹੋ ਵੀਜ਼ਾ ਕਿਸ ਤਰੀਕੇ ਨਾਲ ਮੈਂ ਲਵਾਂ, ਬਿਕੋਜ਼ ਜਿੰਨੀ ਤੁਹਾਨੂੰ ਆਪਣੇ ਸਰਕਮਸਟੈਂਸਸ ਬਾਰੇ ਜਾਣਕਾਰੀ ਆ ਉਹੀ ਉਸੇ ਚੀਜ਼ ਨੇ ਵੀਜ਼ਾ ਲੈ ਕੇ ਦੇਣਾ ਹੈ। ਔਰ ਅਗਰ ਮੈਨੂੰ ਮੇਰੇ ਸਰਕਮਸਟੈਂਸਸ ਦੀ ਜਾਣਕਾਰੀ ਨਹੀਂ ਹੈਗੀ ਇਹਦਾ ਮਤਲਬ ਹੈ ਬੰਦਾ ਝੂਠਾ। ਬਿਲਕੁਲ ਸਹੀ, ਉਹਨਾਂ ਨੇ ਸੱਚਾ ਫੜ ਲੈਣਾ। ਬਿਲਕੁਲ, ਆਹ ਸੱਚਾ ਬੰਦਾ, ਇਹਨੂੰ ਫੜੋ ਤੇ ਇਹਨੂੰ ਲੈ ਕੇ ਆਓ, ਆਹ ਝੂਠਿਆਂ ਨੂੰ ਬਾਹਰ ਕੱਢ ਦਿਓ। ਬਿਲਕੁਲ, ਇਹੀ ਸਭ ਤੋਂ US ਅੰਬੈਸੀ ਦੇ ਵਿੱਚ ਸਭ ਤੋਂ ਕਲੀਅਰ ਡਾਇਗਨੋਸਿਸ ਇੱਕੋ ਇੱਕ ਚੀਜ਼ ਦਾ, ਉਹ ਹੈਗਾ ਸੱਚ ਤੇ ਝੂਠ। ਸੋ US ਅੰਬੈਸੀ ਦੇ ਵਿੱਚ ਹਰ ਇੱਕ ਚੀਜ਼ ਨੂੰ ਜਿਸ ਤਰੀਕੇ ਨਾਲ ਬਾਕੀ ਅੰਬੈਸੀਜ਼ ਪੈਰਾਮੀਟਰ ਤੈਅ ਕੀਤੇ ਪਏ ਨੇ, ਇੱਥੇ ਕੁਝ ਨਹੀਂ ਹੈਗਾ। ਇੱਥੇ ਪ੍ਰੋਟੋਕਾਲ ਇਹੀ ਹੈ ਕਿ ਜੋ ਤੁਹਾਡੀ ਜ਼ੁਬਾਨ ਤੋਂ ਦਿਸ ਰਿਹਾ, ਬਾਹਰ ਆ ਰਿਹਾ, ਆਉਂਦਾ ਦਿਸ ਰਿਹਾ, ਜਿਹੜਾ ਅੱਖਰ ਬਾਹਰ ਆ ਰਿਹਾ ਉਹਨੂੰ ਤੁਹਾਡੀ ਬਾਡੀ ਲੈਂਗੁਏਜ ਸਪੋਰਟ ਕਰ ਰਹੀ ਹੈ ਕਿ ਨਹੀਂ ਕਰ ਰਹੀ, ਉਹ ਸੱਚ ਤੇ ਸਿਰਫ ਇਸੇ ਚੀਜ਼ ਤੋਂ ਫੜਿਆ ਜਾਂਦਾ ਹੈ ਕਿ ਅਗਰ ਤੁਹਾਡੀ ਪੂਰੀ ਆਤਮਾ, ਤੁਹਾਡਾ ਚਿਹਰੇ ਦੇ ਹਾਵ ਭਾਵ, ਸਰੀਰ ਸਾਰਾ ਕੁਝ ਨੂੰ ਸਪੋਰਟ ਕਰਦਾ ਆ ਤੇ ਸੱਚ ਆ। ਅਗਰ ਅੱਖਾਂ ਕੁਛ ਕਹਿ ਰਹੀਆਂ, ਮੂੰਹ ਕੁਛ ਕਹਿ ਰਿਹਾ, ਫਿਰ ਇਹ ਝੂਠ ਆ। ਬਣਾਵਟੀ ਸੱਚ ਤੇ ਝੂਠ ਦਾ ਹੀ ਨਿਪਟਾਰਾ ਹੈ ਇਸ ਅੰਬੈਸੀ ਦੇ ਵਿੱਚ। ਮਤਲਬ ਬਣਾਵਟੀ ਬੰਦੇ ਦਾ ਕੋਈ ਕੰਮ ਨਹੀਂ ਉੱਥੇ। ਹਾਂ, ਇਸ ਅੰਬੈਸੀ 'ਚ ਤੁਸੀਂ ਵੀਜ਼ਾ ਲੈਣਾ ਬਹੁਤ ਸਿੰਪਲ ਫਾਰਮੂਲਾ, ਸੱਚ ਦੇ ਨੇੜੇ ਰਹੋ। ਸੋ ਆਪਣੇ ਸਰਕਮਸਟੈਂਸਸ ਨੂੰ ਟਰੂਲੀ ਐਕਸਪਲੇਨ ਕਰੋ। ਅਮੀਰ ਹੋਣਾ ਪਹਿਲੀ ਜ਼ਰੂਰਤ ਹੈ ਨਾਨ ਇਮੀਗ੍ਰੈਂਟ ਵੀਜ਼ੇ ਦੀ। ਜਿੱਦਾਂ ਮੈਂ ਦੱਸਿਆ ਕਿ ਸਰਮਾਇਆ ਵੇਖਿਆ ਜਾਂਦਾ ਹੈ,
ਸੋ ਇੱਥੇ ਤੁਸੀਂ ਕਿਸੇ ਹੋਟਲ 'ਚ ਵੜਨਾ, ਉੱਥੇ ਤੁਹਾਨੂੰ ਬਾਹਰ ਖੜਾ ਗਾਰਡ ਜੱਜ ਕਰਦਾ ਕਿ ਯਾਰ ਤੁਸੀਂ ਹੋਟਲ ਜਾਣ ਵਾਲੇ ਹੈਗੇ ਹੋ ਕਿ ਨਹੀਂ ਹੈਗੇ ਹੋ। ਸਹੀ ਹੈ। ਤੇ ਇੱਥੇ ਵੀਜ਼ਾ ਆਫਿਸਰ ਦਾ ਵੀ ਦਰਬਾਨ ਵਾਲਾ ਹੀ ਕੰਮ ਹੈ ਕਿ ਤੁਹਾਨੂੰ ਸਲੂਟ ਮਾਰੀਏ ਜਾਂ ਤੁਹਾਨੂੰ ਧੱਕਾ ਦਈਏ। ਸਹੀ ਗੱਲ ਹੈ। ਤਾਂ ਇਹਦਾ ਮਤਲਬ ਹੈ ਕਿ ਜਿਹੜੇ ਸਿੰਪਲ ਕੁਐਸਚਨਸ ਨੇ ਤੁਹਾਡੀ ਆਪਣੀ ਲਾਈਫ ਦੇ ਨਾਲ ਜੁੜੇ ਹੋਏ, ਤੁਹਾਡੇ ਆਪਣੇ ਕੰਮ ਧੰਦਿਆਂ ਨਾਲ, ਫੈਮਿਲੀ ਨਾਲ ਜੁੜੇ ਹੋਏ, ਤੁਹਾਡੀ ਜ਼ਾਤੀ ਜ਼ਿੰਦਗੀ ਹੈ, ਉਹ ਚਾਹੁੰਦੇ ਨੇ ਕਿ ਤੁਸੀਂ ਬਿਲਕੁਲ ਬਿਨਾਂ ਕਿਸੇ ਹਿਚਕਿਚਾਹਟ ਤੋਂ ਜੋ ਅੰਦਰ ਦੀ ਗੱਲ ਹੈ ਉਹ ਬਾਹਰ ਕੱਢੋ, ਤਾਂ ਕਿ ਉਹ ਸਾਹਮਣੇ ਵਾਲੇ ਜਿਹੜੇ ਵੀਜ਼ਾ ਆਫਿਸਰਸ ਨੇ ਉਹਨਾਂ ਨੂੰ ਐਨਾਲਿਸਿਸ ਕਰਨ ਦਾ ਪੂਰਾ ਮੌਕਾ ਮਿਲੇ ਕਿ ਬੰਦਾ ਸੱਚਾ ਹੈ ਕਿ ਝੂਠ ਹੈ। ਬਿਲਕੁਲ। ਇਹ ਸੰਦੀਪ ਜੀ, ਇਹ ਇੱਕ ਤਰੀਕੇ ਨਾਲ ਸੋਸ਼ਲ ਐਕਸਪੈਰੀਮੈਂਟ ਆ। ਜਿਸ ਤਰੀਕੇ ਨਾਲ ਤੁਸੀਂ ਵੀਜ਼ਾ ਆਫਿਸਰ ਨੂੰ ਲਾਈਫ 'ਚ ਫਸਟ ਟਾਈਮ ਮਿਲ ਰਹੇ ਹੋ, ਸੋ ਵੀਜ਼ਾ ਆਫਿਸਰ ਤੁਹਾਨੂੰ ਫਸਟ ਟਾਈਮ ਲਾਈਫ 'ਚ ਮਿਲ ਰਿਹਾ, ਸੋ ਇਹ ਕਿਤੇ ਨਾ ਕਿਤੇ ਸਿਚੁਏਸ਼ਨ ਉਸ ਤਰੀਕੇ ਦੀ ਹੈ ਜਿਸ ਤਰੀਕੇ ਨਾਲ ਸਾਡੇ ਸਮਾਜ ਦੇ ਵਿੱਚ ਬੱਚਿਆਂ ਦੇ ਵਿਆਹ ਹੁੰਦੇ ਆ। ਸੋ ਦੋ ਪਰਿਵਾਰ ਲਾਈਫ 'ਚ ਪਹਿਲੀ ਵਾਰੀ ਆਮਣੇ ਸਾਹਮਣੇ ਮਿਲਦੇ ਆ, ਕਿੱਡੀ ਪੋਜ਼ਿਟਿਵਿਟੀ ਵਾਲੀਆਂ ਗੱਲਾਂ ਕਰਦੇ, ਕਿੱਡੀਆਂ ਸੋਹਣੀਆਂ ਗੱਲਾਂ ਕਰਦੇ। ਅਸੀਂ ਇੰਨਾ ਖਿਆਲ ਰੱਖਦੇ ਮੇਰੀ ਗੱਲ ਕੋਈ ਕਿਸੇ ਕਿਸਮ ਦੀ ਕੋਈ ਨੈਗੇਟਿਵਿਟੀ ਨਾ ਦਿਸੇ, ਮੇਰੀ ਗੱਲ ਕੋਈ ਕਿਸੇ ਨੂੰ ਚੁੱਭੇ ਨਾ, ਮੇਰੀ ਗੱਲ ਕੋਈ ਕਿਸੇ ਨੂੰ ਲੱਗੇ ਨਾ। ਸੋ ਅਸੀਂ ਬਹੁਤ ਸਾਰਾ ਖਿਆਲ ਰੱਖਦੇ ਹਾਂ। ਸੋ ਤੁਸੀਂ ਕਦੀ ਵੀ ਰਿਸ਼ਤੇ ਬੈਲੈਂਸ ਸ਼ੀਟਾਂ ਵੇਖ ਕੇ ਨਹੀਂ ਕਰਦੇ। ਤੁਸੀਂ ਕਦੀ ਵੀ ਰਿਸ਼ਤੇ ਜਿਹੜੇ ਪਰਿਵਾਰ ਦੇ ਲੜਕੇ ਲੜਕੀ ਦੇ ਵਿਆਹ ਕਰਦੇ ਹੋ, ਉਹ ਤੁਸੀਂ ਕਿਤੇ ਦੇ ਬੈਂਕ ਬੈਲੈਂਸ ਵੇਖ ਕੇ ਨਹੀਂ ਕਰਦੇ। ਸੋ ਤੁਸੀਂ ਗੱਲਾਂ ਬਾਤਾਂ ਤੋਂ ਜੱਜ ਕਰਦੇ ਹੋ ਕਿ ਇਹ ਗੱਲ ਸੱਚੀਆਂ ਕੀਤੀਆਂ ਕਿ ਇਹਨਾਂ ਨੇ ਗੱਲਾਂ ਝੂਠੀਆਂ ਕੀਤੀਆਂ। ਸੋ ਜੋ ਤੁਹਾਡਾ ਸੋਸ਼ਲ ਐਕਸਪੈਰੀਮੈਂਟ ਆ, ਇਹਦਾ ਹੀ ਜਿੰਦਾ ਜਾਗਦਾ ਸਬੂਤ ਅਮਰੀਕਨ ਐਮਬੈਸੀ ਹੈ। ਉਹ ਜਿਸ ਤਰ੍ਹਾਂ ਕਿਹਾ ਹੈ ਨਾ ਅਰਿਸਟੋਟਲ ਨੇ, ਮੈਨ ਇਜ਼ ਅ ਪੋਲੀਟੀਕਲ ਐਨੀਮਲ। ਉਹ ਹਰ ਥਾਂ ਤੇ ਚਾਹੁੰਦਾ ਕਿ ਪੋਲੀਟੀਕਲੀ ਕਰੈਕਟ ਹੋ ਜਾਏ, ਪਰ ਉੱਥੇ ਤੁਹਾਨੂੰ ਪੋਲੀਟੀਕਲੀ ਕਰੈਕਟ ਹੋਣ ਦੀ ਲੋੜ ਨਹੀਂ, ਤੁਸੀਂ ਵਾਕਈ ਕਰੈਕਟ ਹੋਣੇ ਚਾਹੀਦੇ ਹੋ। ਤੁਹਾਨੂੰ ਇਹ ਸੋਸ਼ਲ ਐਕਸਰਸਾਈਜ਼ ਹੈ, ਤੁਹਾਨੂੰ ਸੋਸ਼ਲੀ ਕਰੈਕਟ ਹੋਣਾ ਪਊਗਾ ਇੱਥੇ। ਤੇ ਉਹ ਫੜ ਲੈਣਗੇ ਜਿੱਥੇ ਤੁਹਾਡੀ ਗਲਤੀ, ਕਿਉਂਕਿ ਉਹ ਸਾਈਕੋਲੋਜਿਸਟ ਬੈਠੇ ਹੋਏ ਨੇ। ਟੈਕਨੀਕਲੀ ਸਿਰਫ ਦੋ ਚੀਜ਼ਾਂ ਸਿੱਧ ਕਰਦੇ ਹਾਂ ਅਸੀਂ ਐਮਬੈਸੀ ਦੇ ਵਿੱਚ, ਕੋਈ ਬਹੁਤ ਜ਼ਿਆਦਾ ਲੰਮਾ ਚੌੜਾ ਨਹੀਂ ਹੈ। ਸੋ ਨਾਨ ਇਮੀਗ੍ਰੈਂਟ ਕੇਸ ਦੇ ਵਿੱਚ ਅਸੀਂ ਸਿਰਫ ਦੋ ਚੀਜ਼ਾਂ ਸਿੱਧ ਕਰਦੇ ਹਾਂ, ਉਹਨਾਂ ਨੂੰ ਅਸੀਂ ਬੋਲਦੇ ਹਾਂ ਸੋਸ਼ਲ ਟਾਈਜ਼ ਤੇ ਇਕਨੋਮਿਕ ਟਾਈਜ਼। ਸੋ ਸੋਸ਼ਲ ਟਾਈਜ਼ ਦਾ ਭਾਵ ਆ ਕਿ ਤੁਸੀਂ ਜਿਹੜੇ ਸਮਾਜ 'ਚ ਹੈਗੇ ਹੋ, ਜਿਹੜੇ ਸਮਾਜ 'ਚ ਰਹਿੰਦੇ ਹੋ, ਤੁਸੀਂ ਉਸ ਸੁਸਾਇਟੀ ਨੂੰ ਬਹੁਤ ਇੰਪੋਰਟੈਂਟ ਹੋ। ਸੋ ਯੂ ਆਰ ਇੰਪੋਰਟੈਂਟ ਟੂ ਯੂਅਰ ਸੁਸਾਇਟੀ। ਤੁਸੀਂ ਤੁਹਾਡੀ ਸੋਸ਼ਲ ਇੰਪੋਰਟੈਂਸ ਕਿਸ ਤਰੀਕੇ ਨਾਲ ਜੱਜ ਹੁੰਦੀ ਹੈ, ਤੁਸੀਂ ਇਹਦਾ ਖਿਆਲ ਰੱਖਣਾ ਹੈ। ਸੋ ਦੂਸਰੀ ਚੀਜ਼ ਹੈ, ਉਹਨੂੰ ਅਸੀਂ ਬੋਲਦੇ ਹਾਂ ਇਕਨੋਮਿਕ ਟਾਈਜ਼। ਇਕਨੋਮਿਕ ਟਾਈਜ਼ ਦਾ ਬਹੁਤ ਸਧਾਰਨ ਜਿਹਾ ਭਾਵ ਹੈ ਕਿ ਤੁਸੀਂ ਜਿਸ ਸਮਾਜ 'ਚ ਰਹਿੰਦੇ ਹੋ, ਜਿਸ ਵੀ ਜਗ੍ਹਾ 'ਤੇ ਰਹਿੰਦੇ ਹੋ, ਉੱਥੇ ਤੁਹਾਡੇ ਕੋਲ ਪੈਸੇ ਬਣਾਉਣ ਦਾ ਫਾਰਮੂਲਾ ਹੈਗਾ ਆ, ਔਰ ਉਹ ਫਾਰਮੂਲਾ ਆਟੋਮੇਸ਼ਨ ਦੇ ਉੱਪਰ ਹੈ ਕਿ ਪੈਸਾ ਉਹਦੇ 'ਚ ਲਗਾਤਾਰ ਬਣ ਰਿਹਾ ਆ। ਸੋ ਅਗਰ ਸਪੋਜ਼ ਕਰੋ ਤੁਸੀਂ ਸੈਲਰੀਡ ਹੋ, ਪਹਿਲੀ ਤਰੀਕ ਨੂੰ ਆਪੇ ਤਨਖਾਹ ਆ ਗਈ। ਸੋ ਅਗਰ ਬਿਜ਼ਨਸ ਹੋ, ਤੁਹਾਡੀਆਂ ਬੈਲੈਂਸ ਸ਼ੀਟਾਂ ਤੋਂ ਪਤਾ ਲੱਗਦਾ ਹੈ ਤੁਹਾਡੀ ਸਾਲ ਦੀ ਇੰਨੀ ਟਰਨਓਵਰ ਹੋ ਗਈ, ਰੋਜ਼ ਦੀ ਸੇਲ ਹੋ ਗਈ। ਸੋ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਤੁਸੀਂ ਕੰਮਕਾਰ ਕੀ ਕਰਦੇ ਹੋ। ਸੋ ਤੁਸੀਂ ਸੇਮ ਉਹੀ ਸੋਸ਼ਲ ਐਕਸਪੈਰੀਮੈਂਟ ਦਾ ਹਿਸਾਬ ਮੈਂ ਦੱਸ ਰਿਹਾ ਕਿ ਜਿੱਦਾਂ ਤੁਸੀਂ ਮੁੰਡੇ ਨੂੰ ਪੁੱਛਣਾ ਹੈ, ਸੋ ਤੁਸੀਂ ਡਾਇਰੈਕਟਲੀ ਨਹੀਂ ਪੁੱਛਦੇ ਕਿ ਕਾਕਾ ਸਾਡੀ ਕੁੜੀ ਨੂੰ ਕੱਲ੍ਹ ਤੋਂ ਪੈਸੇ ਦਿਆ ਕਰੇਗਾ, ਵੀ ਕੁੜੀ ਤੇਰੇ ਲੇਖੇ ਲਾਉਣ ਲੱਗੇ ਆ, ਤੂੰ ਇਹਨੂੰ ਕੋਈ ਖਵਾਏਂਗਾ ਪਏਗਾ ਕਿ ਭੁੱਖਾ ਮਾਰੇਗਾ। ਸੋ ਅਸੀਂ ਇਸ ਤਰੀਕੇ ਨਾਲ ਨਹੀਂ ਪੁੱਛਦੇ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ, ਪਰ ਜਾਣਨਾ ਇਹੀ ਹੁੰਦਾ ਕਿਤੇ ਨਾ ਕਿਤੇ। ਹੋਰ ਜੀ ਮੁੰਡੇ ਦੀ ਇਨਕਮ ਕਿੰਨੀ ਹੈ ਜੀ? ਯੈਸ। ਸੋ ਅਸੀਂ ਆਮਦਨ ਵੀ ਨਹੀਂ ਪੁੱਛਦੇ। ਹਾਂ, ਸੋ ਅਸੀਂ ਸਧਾਰਨ ਜਿਹਾ ਸਵਾਲ ਪੁੱਛਦੇ ਕਿ ਕਾਕਾ ਜੀ ਕਾਰੋਬਾਰ ਕੀ ਕਰਦੇ ਆ। ਸੋ ਜੋ ਕਾਕਾ ਜੀ ਕਾਰੋਬਾਰ ਕਰਦੇ ਆ, ਉੱਥੋਂ ਅਸੀਂ ਕਾਕਾ ਜੀ ਦੀ ਸਮਾਜਿਕ ਹੈਸੀਅਤ ਦਾ ਅੰਦਾਜ਼ਾ ਆਪੇ ਲਾ ਲੈਣਾ ਆ। ਸੋ ਅਗਰ ਉਹਨਾਂ ਕਿਹਾ ਕਾਕਾ ਜੀ ਪੁਲਿਸ ਇੰਸਪੈਕਟਰ ਹੈ, ਤੁਸੀਂ ਪੁੱਛਣਾ ਤਨਖਾਹ ਕਿੰਨੀ ਆ? ਨਾ, ਕਲੀਅਰ ਹੋ ਗਿਆ। ਸੋ ਜਦੋਂ ਪਤਾ ਕਾਕਾ ਜੀ ਡੀਸੀ ਲੱਗੇ ਆ, ਨੈਚੁਰਲੀ ਠੀਕ ਹੈ। ਸੋ ਕਾਕਾ ਜੀ ਖੇਤੀਬਾੜੀ ਕਰਦੇ, ਨਾਲ ਹੀ ਅਗਲਾ ਸਵਾਲ ਹੋ ਜਾਂਦਾ ਜ਼ਮੀਨ ਕਿੰਨੀ ਹੈ ਜੀ। ਸੋ ਤੁਸੀਂ ਨਹੀਂ ਪੁੱਛਦੇ ਵੀ ਤੁਹਾਡੀ ਜੀਰੀ ਕਿੰਨੇ ਦੀ ਵਿਕੀ, ਤੁਹਾਡੇ ਆਲੂ ਐਤਕੀ ਕਿੰਨੇ ਦੇ ਹੋਏ। ਸੋ ਤੁਸੀਂ ਸਿਰਫ ਤੇ ਸਿਰਫ ਸਮਾਜਿਕ ਸੋਸ਼ਲ ਐਕਸਪੈਰੀਮੈਂਟੇਸ਼ਨ ਦੇ ਨਾਲ ਤੁਸੀਂ ਅੰਦਾਜ਼ਾ ਲਾ ਕੇ ਉਹਨਾਂ ਦੀ ਹੈਸੀਅਤ ਦਾ ਅੰਦਾਜ਼ਾ ਲਾ ਰਹੇ ਹੋ, ਔਰ ਉੱਥੋਂ ਤੁਸੀਂ ਤੈਅ ਕਰਦੇ ਹੋ ਕਿ ਇਹਨਾਂ ਨੂੰ ਆਪਣੇ ਪਰਿਵਾਰ ਦਾ ਵੀਜ਼ਾ ਦਈਏ ਕਿ ਨਾ ਦਈਏ। ਸੋ ਇਸੇ ਤਰੀਕੇ ਨਾਲ ਵੀਜ਼ਾ ਆਫਿਸਰ ਵੀ ਇਸੇ ਸੋਸ਼ਲ ਐਕਸਪੈਰੀਮੈਂਟ ਦੇ ਬੇਸ ਦੇ ਉੱਪਰ ਤੁਹਾਨੂੰ ਆਪਣੇ ਮੁਲਕ ਦਾ ਵੀਜ਼ਾ ਦਿੰਦਾ ਜਾਂ ਨਹੀਂ ਦਿੰਦਾ। ਮਤਲਬ ਜੇ ਅਸੀਂ ਮਕਾਨ ਦਾ ਵੀ ਪੁੱਛਣਾ ਵੇ, ਜੱਦੀ ਪੁਸ਼ਤੈਨੀ ਮਕਾਨ ਹੈ ਕਿ ਨਵਾਂ ਬਣਾਇਆ ਤੁਸੀਂ, ਹੈ ਨਾ, ਜਸਟ ਲਾਈਕ ਦਿਸ ਪੁੱਛਣਾ ਹੀ ਚਾਹੁੰਦੇ ਹਾਂ ਮਕਾਨ ਆਪਣਾ ਕਿ ਕਿਰਾਏ ਤੇ ਰਹਿੰਦੇ ਹੋ। ਬਿਲਕੁਲ। ਸੋ ਇਹ ਟੈਕਨੀਕ ਹੈ। ਸੋ ਇਹ ਸਾਰਾ ਸੋਸ਼ਲ ਐਕਸਪੈਰੀਮੈਂਟੇਸ਼ਨ ਹੈ ਬੇਸਿਕਲੀ। ਇਟਸ ਜਸਟ ਐਕਸਚੇਂਜ ਆਫ ਵਰਡਸ। ਔਰ ਸਾਡੇ ਐਪਲੀਕੈਂਟਸ ਨੂੰ ਕਈ ਵਾਰੀ ਇਹ ਲੱਗਦਾ ਕਿ ਜਿਨ੍ਹਾਂ ਨੂੰ ਇੰਟਰਵਿਊਜ਼ ਮੁਸ਼ਕਲ ਲੱਗਦੀਆਂ, ਉਹਨਾਂ ਨੂੰ ਹੁੰਦਾ ਕਿ ਇੰਟਰਵਿਊ ਲਈ ਜਾਵਾਂਗੇ, ਵੀਜ਼ਾ ਅਫਸਰ ਦੇ ਕੋਲ ਖੜੇ ਹੋਵਾਂਗੇ, ਔਰ ਵੀਜ਼ਾ ਅਫਸਰ ਨੇ ਨਾ ਜਿੱਦਾਂ ਤਾਂ ਬੰਦੂਕ ਤਾਣ ਦੇਣੀ ਵੀ ਮੇਰੇ ਸਿਰ ਤੇ ਵੀ ਸੱਚ ਦੱਸ ਵੀ ਤੂੰ ਕੌਣ ਹੈ, ਕਿੱਥੋਂ ਆਇਆ, ਕੀ ਕਰਨਾ ਆ। ਔਰ ਉਹ ਉੱਥੇ ਰੋਬੋਟਿਕ ਐਕਸਪ੍ਰੈਸ਼ਨਸ ਦੇ ਵਿੱਚ ਜਵਾਬ ਦਿੰਦੇ ਆ, ਜਦ ਕਿ ਕਹਾਣੀ ਸਿਰਫ ਇਸ ਚੀਜ਼ ਦੀ ਹੈ ਕਿ ਤੁਸੀਂ ਆਪਣੇ ਬਾਰੇ ਦੱਸਣਾ ਆ। ਸਹੀ ਗੱਲ। ਸੋ ਆਪਣੇ ਬਾਰੇ ਦੱਸਣਾ ਜਿੰਨਾ ਬਖੂਬੀ ਦੱਸੋਗੇ ਉਨਾ ਸੌਖਾ ਆ, ਉਨਾ ਹੀ ਵੀਜ਼ਾ ਈਜ਼ੀ ਆ। ਸੋ ਅਰਵਿੰਦਰ ਸਰ, ਮੇਰੇ ਮਾਈਂਡ 'ਚ ਇੱਕ ਗੱਲ ਆ ਰਹੀ ਹੈ, ਕਿਉਂ ਨਾ ਆਪਾਂ ਜਿਸ ਤਰ੍ਹਾਂ ਰੋਜ਼ ਗੱਲਬਾਤ ਕਰਦੇ ਹਾਂ ਆਪਾਂ ਅਲੱਗ-ਅਲੱਗ ਟੌਪਿਕਸ ਦੇ ਉੱਤੇ, ਕਿਉਂ ਨਾ ਆਪਾਂ ਇੱਕ ਸੀਰੀਜ਼ ਸ਼ੁਰੂ ਕਰੀਏ ਜਿਹਦੇ 'ਚ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਸੀਂ ਇੰਟਰਵਿਊ ਵਾਸਤੇ ਤਿਆਰ ਕਿਵੇਂ ਹੋਣਾ ਹੈ, ਤੁਸੀਂ ਆਪਣੇ ਆਫਿਸ ਦੇ ਵਿੱਚ ਇੰਟਰਵਿਊਜ਼ ਵਾਸਤੇ ਤਿਆਰ ਕਿਵੇਂ ਕਰਦੇ ਹੋ ਕੈਂਡੀਡੇਟਸ ਨੂੰ। ਜੀ ਬਿਲਕੁਲ, ਇੱਦਾਂ ਦਾ ਕੁਝ ਸਟਾਰਟ ਕਰ ਸਕਦੇ ਹੋ? ਬਿਲਕੁਲ ਕਰ ਸਕਦੇ ਸੀ ਲਗਾਤਾਰ, ਔਰ ਅਸੀਂ ਵੈਲਕਮ ਵੀ ਕਰਾਂਗੇ ਬਹੁਤ ਸਾਰੇ ਤੁਹਾਡੇ ਵਿਊਅਰਸ ਵੱਲੋਂ ਵੀ
ਕਿ ਸਾਨੂੰ ਉਹ ਆਪਣੇ ਸਵਾਲ ਲਿਖ ਕੇ ਭੇਜ ਦਿਆ ਕਰਨ ਤਾਂ ਅਸੀਂ ਉਹਨਾਂ ਸਵਾਲਾਂ ਨੂੰ ਅਸੀਂ ਇੰਟਰਵਿਊ ਦੇ ਵਿੱਚ ਜਿਹੜੀ ਨੈਕਸਟ ਵਿੱਚ ਉਹਨੂੰ ਵੀ ਸ਼ਾਮਿਲ ਕਰਾਂਗੇ। ਔਰ ਯੈਸ ਅਸੀਂ ਇਹਦੇ ਟ੍ਰੇਨਿੰਗ ਪ੍ਰੋਗਰਾਮ ਇੱਕ ਤਰੀਕੇ ਨਾਲ ਸ਼ੁਰੂ ਕਰ ਸਕਦੇ, ਕੋਈ ਦਿੱਕਤ ਨਹੀਂ ਹੈ। ਫਿਰ ਤਾਂ ਬਹੁਤ ਅੱਛਾ ਰਹੇਗਾ ਸਾਡੇ ਦਰਸ਼ਕਾਂ ਵਾਸਤੇ, ਕਿਉਂਕਿ ਉਹ ਲਾਈਵ ਤੁਹਾਡੇ ਨਾਲ ਇਹ ਦੇਖਣਗੇ, ਲਾਈਵ ਇਨ ਸੈਂਸ ਕਿ ਉਹ ਕਮੈਂਟਸ ਕਰਨਗੇ ਔਰ ਤੁਸੀਂ ਉਹਨਾਂ ਦੇ ਜਵਾਬ ਜੀ ਦਿਓਗੇ। ਸੰਜੀਵ ਜੀ ਬਹੁਤ ਸੌਖਾ ਆ ਅਸਲ ਦੇ ਵਿੱਚ। US ਦਾ ਜਿਹੜਾ ਇਮੀਗ੍ਰੇਸ਼ਨ ਪ੍ਰੋਗਰਾਮ ਆ ਦੁਨੀਆ 'ਚ ਸਭ ਤੋਂ ਵੱਡਾ ਆ, ਬਿਕੋਜ਼ ਜਿਹੜੇ ਮੈਂ ਦੱਸਿਆ ਨਾ, ਕੋਈ ਦੁਨੀਆ ਦਾ ਕੰਟਰੀ ਜਿਹੜਾ ਕੈਨੇਡਾ ਦੇ ਵਿੱਚ ਵੀ ਜਿਹੜਾ ਲਾਈਕ ਫੈਮਿਲੀ ਬੇਸਡ ਰਿਲੇਸ਼ਨਸ਼ਿਪ ਦੇ ਬੇਸ ਦੇ ਉੱਪਰ ਜਿਹੜੇ ਵੀਜ਼ਾਸ ਦਿੰਦੇ ਸੀਗੇ ਜਾਂ PR ਕੇਸਿਸ ਹੁੰਦੇ ਸੀਗੇ, ਉਹਨਾਂ ਨੂੰ ਹੁਣ ਸੁਪਰ ਵੀਜ਼ਾ ਦੀ ਕੈਟਾਗਰੀ 'ਚ ਵੰਡਤਾ। ਮੀਨਸ ਉਹਦੇ ਵਿੱਚ ਵੀ ਐਪਲੀਕੈਂਟ ਦੇ ਉੱਪਰ ਹੁੰਦਾ ਕਿ ਆਪਣੀ ਇੰਸ਼ੋਰੈਂਸ ਲੈ ਕੇ ਆਇਓ ਅਗਰ ਕੈਨੇਡਾ 'ਚ ਰਹਿਣਾ। ਤੇ ਸੋ ਇਕੱਲਾ ਅਮਰੀਕਾ ਆ ਜਿਹੜਾ ਦੁਨੀਆ ਦਾ ਸਭ ਤੋਂ ਵੱਧ ਪੈਸਾ ਲਾਈਕ ਇਹਨਾਂ ਦੇ ਉੱਪਰ ਤੁਹਾਡੀਆਂ ਫੈਮਲੀਜ਼ ਉੱਪਰ ਖਰਚਦਾ ਆ। ਸੋ ਇਸ ਕਰਕੇ ਹੋਰ ਦੁਨੀਆ ਦਾ ਕੋਈ ਮੁਲਕ ਨਹੀਂ ਹੈਗਾ ਕਿ ਜਿਹੜਾ ਇਹਨੂੰ ਮੈਚ ਕਰ ਸਕੇ। ਦੂਸਰੀ ਚੀਜ਼, ਜਿਹੜਾ ਟੂਰਿਸਟ ਵੀਜ਼ਾਸ ਦਾ ਜਾਂ ਨਾਨ ਇਮੀਗ੍ਰੈਂਟ ਵੀਜ਼ਾਸ ਦਾ ਜਿਹੜੀ ਕੈਟਾਗਰੀ ਆ, ਇਹ ਵੀ ਪੂਰੀ ਦੁਨੀਆ ਦੇ ਵਿੱਚ ਅਗਰ ਵੇਖੀਏ ਕਿ 10 ਮਿਲੀਅਨ ਵੀਜ਼ਾਸ ਇੱਕ ਸਾਲ ਦੇ US ਗ੍ਰਾਂਟ ਕਰਦਾ ਆ, ਔਰ ਉਹਦੇ ਵਿੱਚੋਂ 10% ਦੇ ਕਰੀਬ ਇਕੱਲੇ ਇੰਡੀਆ ਦਾ ਕੋਟਾ ਆ। ਸੋ ਸਾਡੇ ਕੋਲ ਲਗਭਗ 1 ਮਿਲੀਅਨ ਵੀਜ਼ਾਸ ਇੱਕ ਸਾਲ ਦੇ ਵਿੱਚ, 10 ਲੱਖ ਵੀਜ਼ਾਸ ਇੱਕ ਸਾਲ ਦੇ ਵਿੱਚ ਮਿਲਦੇ ਆ। ਔਰ ਅਗਰ ਤੁਸੀਂ ਮਹੀਨੇ ਦੀ ਐਵਰੇਜ ਕੱਢੋਗੇ, ਇਹ ਮੈਂ ਲਾਈਕ ਕੋਵਿਡ ਤੋਂ ਪਹਿਲਾਂ ਦੀ ਪ੍ਰੀ ਕੋਵਿਡ ਸਮੇਂ ਦੀ ਗੱਲ ਕਰ ਰਿਹਾ। ਓਬਵੀਅਸਲੀ 1.5-2 ਸਾਲ ਦੇ ਵਿੱਚ ਵੀਜ਼ਾਸ ਗ੍ਰਾਂਟ ਨਹੀਂ ਹੋਏ, ਬਟ ਜਿਹੜਾ ਪ੍ਰੀ ਕੋਵਿਡ ਵਾਲਾ ਸਮਾਂ ਆ ਉਹਦੇ ਵਿੱਚ ਈਵਨ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਸਮਾਂ ਆ ਉਹਦੇ ਵਿੱਚ ਐਵਰੇਜ ਜਿਹੜੀ ਰਹੀ ਆ ਉਹ ਲਗਭਗ 1 ਲੱਖ ਵੀਜ਼ੇ ਦੀ ਪਰ ਮੰਥ ਰਹੀ ਆ। ਸੋ ਬਹੁਤ ਵੱਡਾ ਨੰਬਰ ਹੈ। ਔਰ ਸਾਡੇ ਐਪਲੀਕੈਂਟਸ ਨੂੰ ਸਭ ਤੋਂ ਔਖਾ ਵੀਜ਼ਾ ਇਹ ਲੱਗਦਾ ਹੈ। ਸੋ ਇਸ ਕਰਕੇ ਇੱਕ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਇੱਕ ਕਾਈਂਡ ਆਫ ਅਵੇਅਰਨੈਸ ਪ੍ਰੋਗਰਾਮ ਵਾਂਗੂ ਚਲਾ ਰਹੇ ਹੋ ਕਿ ਇਹ ਜਿਹੜਾ ਵੀਜ਼ਾ ਆ, ਇਹ ਜਿਹੜੀ ਧਾਰਨਾ ਬਣੀ ਆ ਜਿਹਦੇ ਲਈ ਲੋਕ ਮਾਵਾਂ ਦੇ ਪੁੱਤ ਗਵਾਉਂਦੇ ਨੇ, ਪੁੱਠੇ ਰਾਹਾਂ ਤੋਂ ਜਾਂਦੇ ਆ। ਸੋ ਕਮ ਸੇ ਕਮ ਨਾਰਮਲ ਤਰੀਕੇ ਨਾਲ ਵੈਸੀ ਜਾ ਕੇ ਪੇਸ਼ ਹੋ ਕੇ ਵੀਜ਼ਾ ਅਪਲਾਈ ਕਰਨ ਦੇ ਵਿੱਚ ਕੋਈ ਬੁਰਾਈ ਨਹੀਂ ਹੈ, ਕੋਈ ਹਰਜ ਨਹੀਂ ਹੈ। ਸੋ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਸ਼ੇਅਰ ਕਰਨਾ ਚਾਹਾਂਗੇ, ਜਸਟ ਵੇਟ ਐਂਡ ਵਾਚ, ਕਿ ਅਸੀਂ ਅਰਵਿੰਦਰ ਸਰ ਨਾਲ ਮਿਲ ਕੇ ਇੱਕ ਸੀਰੀਜ਼ ਸ਼ੁਰੂ ਕਰਨ ਲੱਗੇ ਹਾਂ ਜਿਹਦੇ ਵਿੱਚ ਅਸੀਂ ਇਹ ਤੁਹਾਨੂੰ ਦੱਸਾਂਗੇ ਕਿ ਇੰਟਰਵਿਊ ਵਾਸਤੇ ਤੁਸੀਂ ਤਿਆਰ ਕਿਵੇਂ ਹੋਣਾ ਹੈ, ਜਿੱਥੋਂ ਤੱਕ ਕਿ ਅਮਰੀਕਾ ਦੇ ਵੀਜ਼ੇ ਦਾ ਸੰਬੰਧ ਹੈ। ਸੋ ਅਰਵਿੰਦਰ ਜੀ ਬਹੁਤ ਸ਼ੁਕਰੀਆ, ਔਰ ਹੋਪਫੁਲੀ ਆਪਾਂ ਜਲਦੀ ਹੀ ਸੀਰੀਜ਼ ਲੈ ਕੇ ਆਵਾਂਗੇ ਆਪਣੇ ਦਰਸ਼ਕਾਂ ਲਈ। ਆਲ ਦਾ ਬੈਸਟ। ਜੀ ਜ਼ਰੂਰ। ਓਕੇ, ਸਤਿ ਸ਼੍ਰੀ ਅਕਾਲ ਜੀ। ਔਰ ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਐਬਰੋਡ ਦਾ ਹਿੱਸਾ ਬਣੇ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।